प्यारे बच्चों, इतिहास की इस क्लास ਦੇ ਵਿੱਚ ਤੁਹਾਡਾ ਸਵਾਗਤ ਹੈ। ਪਾਠ ਅਸੀਂ ਪਹਿਲਾ ਪੜ੍ਹ ਰਹੇ ਹਾਂ ਸਿੰਧੂ ਘਾਟੀ ਦੀ ਸਭਿਅਤਾ ਔਰ ਇਸ ਵੀਡੀਓ ਦਾ ਇਹ ਚੌਥਾ ਭਾਗ ਹੈ। ਅੱਜ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਸਭ ਤੋਂ ਪਹਿਲਾਂ ਅਸੀਂ ਇਸ ਚੈਪਟਰ ਦੇ ਵਿੱਚ ਪਿੱਛੇ ਕੀ ਪੜ੍ਹ ਆਏ ਹਾਂ ਉਸ ਦੇ ਬਾਰੇ ਥੋੜੀ ਜਿਹੀ ਦੁਹਰਾਈ ਕਰਦੇ ਹਾਂ। ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਅਸੀਂ ਜਾਣਿਆ ਸੀ ਕਿ ਸਿੰਧ ਘਾਟੀ ਦੀ ਸਭਿਅਤਾ ਦੀ ਜਿਹੜੀ ਖੋਜ ਹੈ ਉਹ ਕਦੋਂ ਹੋਈ ਸੀ। ਖੋਜ ਜਿਹੜੀ ਹੈ, ਖੋਜ ਦਾ ਸਮਾਂ ਕੀ ਸੀ। ਇਹਦੇ ਵਿੱਚ ਅਸੀਂ ਦੇਖਿਆ ਸੀ 1921 ਈਸਵੀ ਦੇ ਵਿੱਚ ਇਹਦੀ ਖੋਜ ਜਿਹੜੀ ਹੈ ਹੋਈ ਸੀ। ਇਹ ਪਹਿਲਾਂ ਅਸੀਂ ਪੜ੍ਹਿਆ। ਇਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਕਿ ਇਹ ਸਿੰਧੂ ਘਾਟੀ ਦੀ ਖੋਜ ਜਿਹੜੀ ਹੋਈ ਹੈ ਕਿਸ ਥਾਂ ਤੇ ਹੋਈ ਹੈ, ਯਾਨੀ ਕਿ ਕਿੱਥੇ ਹੋਈ। ਔਰ ਇਹਦੇ ਵਿੱਚ ਅਸੀਂ ਪੜ੍ਹਿਆ ਕਿ ਸਭ ਤੋਂ ਪਹਿਲਾਂ ਇਹਦੀ ਖੋਜ ਜਿਹੜੀ ਹੈ ਹੜੱਪਾ ਦੇ ਵਿੱਚ ਹੋਈ। ਉਸ ਤੋਂ ਬਾਅਦ ਮੋਹਨਜੋਦਾੜੋ ਔਰ ਮੋਹਨਜੋਦਾੜੋ ਤੋਂ ਬਾਅਦ ਪਾਕਿਸਤਾਨ, ਪੰਜਾਬ ਜਿਹੜਾ ਸਾਡਾ ਮੌਜੂਦਾ ਉਹਦਾ, ਔਰ ਰਾਜਸਥਾਨ, ਕਸ਼ਮੀਰ, ਹਰਿਆਣਾ ਔਰ ਉੱਤਰ ਪ੍ਰਦੇਸ਼। ਇਹ ਕੁਝ ਸਥਾਨ ਸੀਗੇ ਜਿੱਥੇ ਇਹ ਸਾਰੇ ਸਿੰਧੂ ਘਾਟੀ ਦੀ ਸਭਿਅਤਾ ਦੇ ਅਵਸ਼ੇਸ਼ ਸਾਨੂੰ ਮਿਲੇ। ਤੋਂ ਇਹ ਕਿੱਥੋਂ ਲੈ ਕੇ ਕਿੱਥੋਂ ਤੱਕ ਸੀਗੇ, ਉਹਨੂੰ ਅਸੀਂ ਕਹਿੰਦੇ ਹਾਂ ਵਿਸਥਾਰ ਦਾ ਮਤਲਬ ਹੁੰਦਾ ਹੈ ਕਿ ਇਹ ਸਭਿਅਤਾ ਕਿੱਥੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਸੀਗੀ। ਤੋਂ ਵਿਸਥਾਰ ਦੇ ਵਿੱਚ ਅਸੀਂ ਇਹ ਸਾਰੇ ਜਿੰਨੇ ਵੀ ਉੱਪਰ ਸਥਾਨ ਦਿੱਤੇ ਹੋਏ ਨੇ, ਇਹਨਾਂ ਸਾਰੇ ਸਥਾਨਾਂ ਦਾ ਜਿਹੜਾ ਹੈ ਜੋੜ ਲੈਂਦੇ ਆ ਕਿ ਨਾਰਥ ਤੋਂ ਲੈ ਕੇ ਸਾਊਥ ਤੱਕ ਕਿੰਨਾ ਵਿਸਥਾਰ ਸੀ, ਔਰ ਇਸੇ ਤਰ੍ਹਾਂ ਹੀ ਵੈਸਟ ਤੋਂ ਲੈ ਕੇ ਤੇ ਈਸਟ ਤੱਕ ਇਹਦਾ ਵਿਸਥਾਰ ਜਿਹੜਾ ਕਿੰਨਾ ਸੀਗਾ। ਤੋ ਇਸ ਵਿਸਥਾਰ ਦੇ ਦੌਰਾਨ ਹੀ, ਵਿਸਥਾਰ ਦੇ ਅੰਡਰ ਹੀ ਅਸੀਂ ਕੁਝ ਸ਼ਹਿਰਾਂ ਦਾ ਜਿਹੜਾ ਹੈ ਵਰਣਨ ਕੀਤਾ ਸੀ, ਜਿਹਦੇ ਵਿੱਚੋਂ ਹੜੱਪਾ, ਮੋਹਨਜੋਦਾੜੋ। ਇਹ ਤਾਂ ਤੁਹਾਨੂੰ ਦੋ ਸ਼ਹਿਰ ਜਿਹੜੇ ਨੇ ਪੱਕੀ ਤਰ੍ਹਾਂ ਯਾਦ ਹੋ ਗਏ ਹੋਣਗੇ, ਮੋਹਨਜੋਦਾੜੋ, ਹੜੱਪਾ ਤੇ ਮੋਹਨਜੋਦਾੜੋ। ਇਸ ਤੋਂ ਬਾਅਦ ਕੁਝ ਸ਼ਹਿਰ ਹੋਰ ਹੈਗੇ ਨੇ ਜਿਨ੍ਹਾਂ ਦਾ ਨਾਮ ਤੁਸੀਂ ਯਾਦ ਰੱਖਣਾ ਹੈ, ਉਹ ਹੈ ਚਨੂਦਾੜੋ ਜਾਂ ਚਨਹੂਦਾੜੋ ਵੀ ਇਹਨੂੰ ਬੋਲਦੇ ਆ। ਔਰ ਫਿਰ ਸੀ ਕਾਲੀਬੰਗਨ ਜਾਂ ਕਾਲੀਬੰਗਾ, ਜਿਹਨੂੰ ਆਪਾਂ ਕਹਿੰਦੇ ਹਾਂ, ਜਿਹੜਾ ਕਿ ਰਾਜਸਥਾਨ ਦੇ ਵਿੱਚੋਂ ਮਿਲਿਆ ਹੈ। ਇਸ ਤੋਂ ਬਾਅਦ ਤੁਹਾਨੂੰ ਦੱਸਿਆ ਸੀ ਆਪਾਂ ਲੋਥਲ ਤੁਹਾਨੂੰ ਯਾਦ ਹੋਏਗਾ, ਜਿੱਥੇ ਬੰਦਰਗਾਹ ਪਾਈ ਗਈ ਸੀਗੀ। ਔਰ ਇਸ ਤੋਂ ਬਾਅਦ ਆਲਮਗੀਰ ਜਿਹੜਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਸੀਗਾ। ਔਰ ਫਿਰ ਸੀ ਸਾਡੇ ਪੰਜਾਬ ਦੇ ਵਿੱਚ ਪਾਏ ਗਏ ਸੰਗੋਲ ਤੇ ਕੋਟਲਾ ਨਿਹੰਗ ਖਾਂ, ਇਹ ਸਾਡੇ ਪੰਜਾਬ ਦੇ ਵਿੱਚ ਪਾਏ ਗਏ। ਔਰ ਹਰਿਆਣੇ ਦੇ ਵਿੱਚ ਇੱਕ ਜਿਹੜਾ ਖੇਤਰ ਹੈ ਬਨਵਾਲੀ ਹੈ, ਤੇ ਇਸੇ ਤਰ੍ਹਾਂ ਹੀ ਜਿੱਥੇ ਲੋਥਲ ਪਾਇਆ ਗਿਆ ਗੁਜਰਾਤ ਵਿੱਚ, ਇੱਕ ਹੋਰ ਬੜੀ ਜਗ੍ਹਾ ਹੈਗੀ ਹੈ ਢੋਲਾਵੀਰ ਜਾਂ ਢੋਲਾਵੀਰਾ ਵੀ ਉਹਨੂੰ ਬੋਲਦੇ ਆ। ਤੋ ਇਹ ਕੁਝ ਜਗ੍ਹਾ ਹੈਗੀਆਂ ਨੇ ਜਿਨ੍ਹਾਂ ਦੇ ਨਾਮ ਤੁਹਾਨੂੰ ਬੱਚੇ ਯਾਦ ਰੱਖ ਲੈਣੇ ਚਾਹੀਦੇ ਨੇ, ਔਰ ਇਹ ਜਗ੍ਹਾ ਕਿੱਥੇ ਕਿੱਥੇ ਹੈਗੀਆਂ ਨੇ। ਪਿਛਲੀ ਕਲਾਸ ਦੇ ਵਿੱਚ ਅਸੀਂ ਨਕਸ਼ੇ ਦੇ ਵਿੱਚ ਇਹ ਸਾਰਾ ਜਿਹੜਾ ਹੈ ਕਰ ਆਏ ਹਾਂ। ਜਦੋਂ ਵੀ ਅਸੀਂ ਕਿਸੇ ਸੁਸਾਇਟੀ ਦੇ ਬਾਰੇ ਆਪਾਂ ਜਾਣਨਾ ਹੁੰਦਾ, ਜਾਂ ਕਿਸੇ ਵੀ ਚੈਪਟਰ ਨੂੰ ਤੁਸੀਂ ਬੱਚਿਓ ਦੇਖੋਗੇ, ਯਾਦ ਰੱਖਣਾ, ਤਾਂ ਉਸ ਸਥਾਨ ਦਾ ਅਸੀਂ ਜਿਹੜੀਆਂ 3-4 ਡਾਇਮੈਂਸ਼ਨਸ ਜਿਹੜੀਆਂ ਨੇ ਉਹ ਅਸੀਂ ਜਾਣਦੇ ਹਾਂ। ਸਭ ਤੋਂ ਪਹਿਲਾਂ ਹੁੰਦੀ ਹੈ ਉੱਥੋਂ ਦੀ ਸੋਸ਼ਲ ਕੰਡੀਸ਼ਨ, ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਸਮਾਜਿਕ ਅਵਸਥਾ ਜਾਂ ਸਮਾਜਿਕ ਜੀਵਨ ਉੱਥੋਂ ਦਾ। ਔਰ ਦੂਸਰੀ ਹੁੰਦੀ ਹੈ ਉੱਥੋਂ ਦਾ ਇਕੋਨੋਮੀ, ਯਾਨੀ ਕਿ ਇਕਨੋਮਿਕ ਕੰਡੀਸ਼ਨ। ਇਹਨੂੰ ਪੰਜਾਬੀ ਦੇ ਵਿੱਚ ਬੱਚੇ ਕਹਿੰਦੇ ਹੈਗੇ ਨੇ ਆਰਥਿਕ ਜੀਵਨ। ਤੀਸਰੇ ਨੰਬਰ ਤੇ ਆਂਦਾ ਹੈਗਾ ਪੋਲੀਟੀਕਲ ਕੰਡੀਸ਼ਨ। ਹੁਣ ਪੋਲੀਟੀਕਲ ਕੰਡੀਸ਼ਨ ਨੂੰ ਕਹਿੰਦੇ ਨੇ ਰਾਜਨੀਤਿਕ ਅਵਸਥਾ ਵੀ ਕਹਿ ਦਿੰਦੇ ਆ, ਤੇ ਇਹਨੂੰ ਰਾਜਨੀਤਿਕ ਜੀਵਨ ਵੀ ਕਹਿ ਦਿੰਦੇ ਆ, ਵੀ ਕਿਸੇ ਸਥਾਨ ਦਾ ਲੋਕਾਂ ਦਾ ਕਿਸ ਤਰ੍ਹਾਂ। ਚੌਥਾ ਹੁੰਦਾ ਹੈ ਜਾਂ ਰਿਲੀਜੀਅਸ ਕੰਡੀਸ਼ਨ, ਆਪਾਂ ਕਹਿ ਦਿੰਦੇ ਹਾਂ ਰਿਲੀਜੀਅਸ ਕੰਡੀਸ਼ਨ। ਇਹਨੂੰ ਕਹਿੰਦੇ ਨੇ ਧਾਰਮਿਕ ਜੀਵਨ। ਔਰ
ਪੰਜਵਾਂ ਔਰ ਸਭ ਤੋਂ ਲਾਸਟ ਵਿੱਚ ਜਿਹੜਾ ਆਂਦਾ ਹੈ ਉਹ ਹੈ ਸੰਸਕ੍ਰਿਤੀ, ਜਾਂ ਇਹਨੂੰ ਅੰਗਰੇਜ਼ੀ ਦੇ ਵਿੱਚ ਕਲਚਰ ਵੀ ਕਹਿ ਦਿੰਦੇ ਨੇ। ਉੱਥੋਂ ਦਾ ਜਿਹੜਾ ਕਲਚਰ ਕਿਸ ਤਰ੍ਹਾਂ ਦਾ ਹੈ, ਜਾਂ ਕਲਚਰਲ ਕੰਡੀਸ਼ਨ ਬੋਲ ਦਿੰਦੇ ਆ, ਕਲਚਰਲ ਕੰਡੀਸ਼ਨ ਕਿਸ ਤਰ੍ਹਾਂ ਦੀ ਸੀ। ਤੋ ਇਹ ਕੁਝ ਆਸਪੈਕਟ ਹੈਗੇ ਨੇ। ਜਦੋਂ ਅਸੀਂ ਕਿਸੇ ਵੀ ਚੈਪਟਰ ਨੂੰ ਪੜ੍ਹਨੇ ਆ ਤੇ ਉਹਦੇ ਵਿੱਚ ਸਾਰੇ ਚੈਪਟਰ ਜਿਹੜੇ ਨੇ ਅਸੀਂ ਲਗਭਗ ਜਿਹੜੇ ਆ ਇੰਕਲੂਡ ਕਰਦੇ ਆ। ਹੁਣ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਸੋਸ਼ਲ ਕੰਡੀਸ਼ਨ। ਸੋਸ਼ਲ ਕੰਡੀਸ਼ਨ ਕੀ ਹੁੰਦੀ ਹੈ ਕਿ ਉੱਥੋਂ ਦੇ ਲੋਕਾਂ ਦਾ ਜਿਹੜਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਹੈ, ਖਾਣ ਪੀਣ ਕਿਸ ਤਰ੍ਹਾਂ ਦਾ ਹੈ। ਇਹਦੇ ਵਿੱਚ ਆਉਂਦਾ ਸਮਾਜਿਕ ਜੀਵਨ ਦੇ ਵਿੱਚ ਕਿ ਸਮਾਜ ਹੈ ਕਿਸ ਤਰ੍ਹਾਂ ਦਾ। ਉੱਥੇ ਜਾਤ ਪਾਤ ਤਾਂ ਨਹੀਂ ਹੈਗੀ, ਜਾਂ ਇਸਤਰੀਆਂ ਦੀ ਉੱਥੇ ਜਿਹੜੀ ਹੈ ਸੱਤਾ ਹੈ, ਜਾਂ ਪੁਰਸ਼ਾਂ ਦੀ ਸੱਤਾ ਹੈ। ਫਿਰ ਉੱਥੋਂ ਦੇ ਲੋਕਾਂ ਦਾ ਖਾਣ ਪੀਣ ਕਿਸ ਤਰ੍ਹਾਂ ਦਾ ਹੈ, ਖਾਣ ਪੀਣ ਕਿਸ ਤਰ੍ਹਾਂ ਦਾ ਹੈ, ਔਰ ਪਹਿਰਾਵਾ ਕਿਸ ਤਰ੍ਹਾਂ ਦਾ ਹੈ, ਪਹਿਰਾਵਾ ਵਗੈਰਾ ਜਿਹੜਾ ਕਿਸ ਤਰ੍ਹਾਂ ਦਾ ਹੈਗਾ। ਇਹ ਸਾਰਾ ਹੀ ਇੱਥੋਂ ਦੇ ਸਮਾਜਿਕ ਜੀਵਨ ਦੇ ਵਿੱਚ ਅਸੀਂ ਜਿਹੜਾ ਹੈ ਪੜ੍ਹਦੇ ਹੈਗੇ ਆ। ਤੇ ਇਹਦੇ ਨਾਲ ਅਸੀਂ ਹੋਰ ਜਿਹੜੀ ਚੀਜ਼ ਅੱਗੇ ਦੇਖਦੇ ਹਾਂ ਉਹ ਹੈਗਾ ਇਹਨਾਂ ਦੀਆਂ ਜਿਹੜੀਆਂ ਕਿ ਘਰੇਲੂ ਜਿਹੜਾ ਜੀਵਨ ਹੈਗਾ ਉਸ ਦੇ ਨਾਲ ਸੰਬੰਧਿਤ ਚੀਜ਼ਾਂ ਦੇਖਦੇ ਹਾਂ। ਇਕਨੋਮਿਕ ਕੰਡੀਸ਼ਨ ਦੇ ਵਿੱਚ ਆਂਦਾ ਹੈ ਕਿ ਉਹਨਾਂ ਲੋਕਾਂ ਦੇ ਕੰਮ ਧੰਦੇ ਕੀ ਹੈਗੇ ਨੇ, ਕੰਮ ਧੰਦੇ ਕੀ ਹੈਗੇ ਨੇ, ਜਾਂ ਉਹ ਵਪਾਰ ਕਿਸ ਤਰ੍ਹਾਂ ਕਰਦੇ ਨੇ, ਔਰ ਕਿਹੜੇ ਕਿਹੜੇ ਦੇਸ਼ਾਂ ਦੇ ਨਾਲ ਵਪਾਰ ਹੈਗਾ, ਜਾਂ ਉਹਨਾਂ ਦੀ ਮੇਨ ਗੱਲ ਕਿ ਕਮਾਈ ਦਾ ਸਾਧਨ ਕੀ ਸੀਗਾ ਲੋਕਾਂ ਦਾ। ਤੋ ਇਹਨੂੰ ਅਸੀਂ ਇਕਨੋਮਿਕ ਕੰਡੀਸ਼ਨ ਦੇ ਵਿੱਚ ਗਿਣਦੇ ਹਾਂ, ਔਰ ਉੱਥੋਂ ਦੇ ਲੋਕਾਂ ਦਾ ਜਿਹੜਾ ਸਟੇਟਸ ਹੈ ਉਹਨੂੰ ਜਾਣਨ ਦੀ ਆਪਾਂ ਕੋਸ਼ਿਸ਼ ਕਰਦੇ। ਫਿਰ ਪੋਲੀਟੀਕਲ ਕੰਡੀਸ਼ਨ। ਪੋਲੀਟੀਕਲ ਕੰਡੀਸ਼ਨ ਦਾ ਮਤਲਬ ਹੈ ਕਿ ਉੱਥੋਂ ਦੀ ਰਾਜਨੀਤਿਕ ਅਵਸਥਾ ਜਿਹੜੀ ਹੈ ਕਿਸ ਤਰ੍ਹਾਂ ਦੀ ਸੀ। ਤੋ ਇਸੇ ਤਰ੍ਹਾਂ ਦਾ ਰਿਲੀਜੀਅਸ ਕੰਡੀਸ਼ਨ ਆ ਜਾਂਦੀ ਹੈ, ਧਾਰਮਿਕ ਜੀਵਨ ਲੋਕਾਂ ਦਾ ਕਿਸ ਤਰ੍ਹਾਂ ਦਾ ਸੀਗਾ, ਔਰ ਲਾਸਟ ਵਿੱਚ ਸੰਸਕ੍ਰਿਤਿਕ ਜਾਂ ਕਲਚਰਲ ਕੰਡੀਸ਼ਨ ਜਿਹੜੀ ਹੈ ਕਿਸ ਤਰ੍ਹਾਂ ਦੀ ਸੀਗੀ। ਤੋ ਇਹ 5 ਡਾਇਮੈਂਸ਼ਨਸ ਹੈਗੀਆਂ ਨੇ। ਤੋ ਅੱਜ ਅਸੀਂ ਜਿਹੜਾ ਹੈ ਇਸ ਲੈਸਨ ਦੇ ਵਿੱਚ, ਯਾਨੀ ਕਿ ਅੱਜ ਦੀ ਇਸ ਕਲਾਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜਾ ਦੇਖਾਂਗੇ ਉਹ ਹੈ ਸਮਾਜਿਕ ਜੀਵਨ, ਔਰ ਉਸ ਤੋਂ ਬਾਅਦ ਅਸੀਂ ਆਰਥਿਕ ਜੀਵਨ ਜਿਹੜਾ ਹੈ ਇਹ ਲੋਕਾਂ ਦਾ ਆਪਾਂ ਦੇਖਣ ਦੀ ਕੋਸ਼ਿਸ਼ ਕਰਾਂਗੇ। ਤੋ ਇਹ ਦੋ ਐਸਪੈਕਟ ਜਿਹੜੇ ਅਸੀਂ ਦੇਖਾਂਗੇ। ਪਹਿਲਾ ਹੈ ਬੇਟੇ ਸਮਾਜਿਕ ਜੀਵਨ। ਸਮਾਜਿਕ ਜੀਵਨ ਦੇ ਵਿੱਚ ਜਿਹੜੇ ਸਿੰਧੂ ਘਾਟੀ ਦੇ ਲੋਕ ਹੈਗੇ ਨੇ ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ, ਇੱਕ ਗੱਲ ਨੋਟ ਕੀਤੀ ਹੋਣੀ ਸਾਰਿਆਂ ਨੇ ਕਿ ਉੱਥੇ ਜਿੰਨੀਆਂ ਵੀ ਮੂਰਤੀਆਂ ਮਿਲੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਤਾਦਾਦ ਹੈ, ਜ਼ਿਆਦਾ ਗਿਣਤੀ ਦੇ ਵਿੱਚ ਉਹ ਇਸਤਰੀਆਂ ਦੀ ਮੂਰਤੀਆਂ ਮਿਲੀਆਂ ਨੇ, ਯਾਨੀ ਕਿ ਔਰਤਾਂ ਦੀਆਂ ਜਿਹੜੀ ਮੂਰਤੀਆਂ ਬਹੁਤ ਮਿਲੀਆਂ ਨੇ। ਹੁਣ ਅੱਜ ਜਿਹੜਾ ਸਾਹਮਣੇ ਆਪਾਂ ਦੇਖਦੇ ਹਾਂ ਦੇਵੀ ਮਾਤਾ ਦੀ ਮੂਰਤ ਹੈ, ਡਾਂਸਿੰਗ ਗਰਲ ਦੀ ਮੂਰਤੀ ਹੈਗੀ ਆ, ਇੱਕ ਹੋਰ ਸਾਨੂੰ ਨਰਤਕੀ ਦੀ ਮੂਰਤੀ ਜਿਹੜੀ ਹੈ ਮਿਲੀ ਹੈਗੀ ਆ, ਔਰ ਇਹ ਸਾਹਮਣੇ ਵੀ ਆਪਾਂ ਦੇਖ ਰਹੇ ਹਾਂ ਇਹ ਵੀ ਇੱਕ ਔਰਤ ਦੀ ਮੂਰਤੀ ਹੈ। ਤੋ ਇਸ ਤਰ੍ਹਾਂ ਔਰਤਾਂ ਦੀਆਂ ਬਹੁਤ ਸਾਰੀਆਂ ਮੂਰਤੀਆਂ ਜਿਹੜੀਆਂ ਸਾਨੂੰ ਮਿਲਦੀਆਂ ਨੇ, ਤਾਂ ਉੱਥੋਂ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਇਹ ਜਿਹੜਾ ਸਮਾਜ ਸੀ ਇਹ ਮਾਤਾ ਪ੍ਰਧਾਨ ਸਮਾਜ ਸੀ। ਮਾਤਾ ਪ੍ਰਧਾਨ ਸਮਾਜ ਦਾ ਮਤਲਬ ਹੁੰਦਾ ਹੈ ਜਿੱਥੇ ਸੱਤਾ ਜਿਹੜੀ ਹੈ ਮਾਤਾ ਦੇ ਹੱਥ ਵਿੱਚ ਹੁੰਦੀ ਹੈ। ਤੋ ਇਹਨਾਂ ਨੂੰ ਅਸੀਂ ਮੈਟਰੀਆਰਕੀਕਲ ਸੁਸਾਇਟੀ ਕਹਿ ਦਿੰਦੇ ਹਾਂ, ਯਾਨੀ ਕਿ ਮਾਤਾ ਪ੍ਰਧਾਨ ਜਾਂ ਇਸਤਰੀ ਪ੍ਰਧਾਨ ਜਿਹੜਾ ਸਮਾਜ ਸੀ ਇਹ ਵਾਲਾ। ਤੋ ਦੂਸਰੀ ਗੱਲ ਜਿਹੜੀ ਇੱਕ ਹੋਰ ਇੱਥੇ ਨੋਟ ਕਰਨ ਵਾਲੀ ਇਹ ਹੈ ਕਿ ਇੱਥੇ ਕੋਈ ਜਾਤ ਪਾਤ ਨਹੀਂ ਸੀ। ਜਾਤ ਪਾਤ ਜਿਹੜੀ ਉਹ ਬਿਲਕੁਲ ਨਹੀਂ ਸੀਗੀ, ਸਾਰੇ ਲੋਕ ਜਿਹੜੇ ਨੇ ਬਰਾਬਰ ਸਨ, ਔਰ ਜਿਹੜੀ ਸਮਾਜ ਦੇ ਵਿੱਚ ਜਿਹੜੀ ਵੰਡ ਸੀ ਲੋਕਾਂ ਦੀ ਉਹ ਸਿਰਫ ਕੰਮ ਦੇ ਆਧਾਰ। ਤੋਂ ਇਹ ਲੋਕਾਂ ਦਾ ਜਿਹੜਾ ਸਮਾਜ ਸਿੰਧੂ ਘਾਟੀ ਦੇ ਸੱਭਿਅਤਾ ਦਾ ਲੋਕਾਂ ਦਾ ਇਸ ਢੰਗ ਦੇ ਨਾਲ ਸੀਗਾ। ਤੇ ਇਸ ਤੋਂ ਬਾਅਦ ਆਪਾਂ ਜਿਹੜਾ ਨੈਕਸਟ ਇੱਕ ਸਮਾਜ ਦੇ ਵਿੱਚ ਹੀ ਆਂਦਾ ਉਹ ਆਪਾਂ ਦੇਖਣਾ ਹੁੰਦਾ ਕਿ ਲੋਕਾਂ ਦਾ ਖਾਣ ਪੀਣ ਕੀ ਸੀਗਾ। ਤੋਂ ਖਾਣ ਪੀਣ ਦੇ ਵਿੱਚ ਬੱਚਿਓ ਯਾਦ ਰੱਖਣਾ ਹੈ ਇਹ ਦੋ ਜਿਹੜੀਆਂ ਨੇ ਫਸਲਾਂ, ਇੱਕ ਜੌਂ ਤੇ ਇੱਕ ਕਣਕ, ਇਹ ਇਹਨਾਂ ਦਾ ਮੁੱਖ ਭੋਜਨ ਸੀਗਾ। ਇਹ ਇਹਨਾਂ ਦਾ ਜਿਹੜਾ ਹੈ ਮੁੱਖ ਭੋਜਨ ਸੀਗਾ। ਹੁਣ ਦੇਖੋ ਸਾਡੇ ਇੰਡੀਅਨ ਲੋਕਾਂ ਦਾ ਜਿਹੜਾ ਮੁੱਖ ਭੋਜਨ ਕੀ ਹੈ, ਹੁਣ ਤੁਸੀਂ ਕਹੋਗੇ ਕਿ ਕਣਕ ਹੈਗੀ ਹੈ, ਲੇਕਿਨ ਇਹ ਗੱਲ ਬਿਲਕੁਲ ਜਿਹੜੀ ਹੈ ਠੀਕ ਨਹੀਂ ਹੈ। ਭਾਰਤ ਦੇ ਲੋਕਾਂ ਦਾ ਜਿਹੜਾ ਹੈ ਮੁੱਖ ਭੋਜਨ, ਭਾਰਤੀ ਲੋਕਾਂ ਦਾ ਸਟੈਪਲ ਫੂਡ, ਇਹਨੂੰ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ, ਸਟੈਪਲ ਫੂਡ ਜਿਹੜਾ ਹੈ ਉਹ ਹੈ ਬੱਚਿਓ ਯਾਦ ਰੱਖਣਾ ਚਾਵਲ। ਕਿਉਂਕਿ ਜਿਹੜੀ ਕਣਕ ਖਾਧੀ ਜਾਂਦੀ ਜਾਂ ਰੋਟੀ ਜਿਹੜੀ ਆਪਾਂ ਬਣਾਉਂਦੇ ਆ ਸਾਡੇ ਪੰਜਾਬ ਦੇ ਵਿੱਚ ਬਣਦੀ ਹੈ, ਲੇਕਿਨ ਰੈਸਟ ਆਫ ਇੰਡੀਆ ਜਿਹੜਾ ਉੱਥੇ ਚਾਵਲ ਜ਼ਿਆਦਾ ਖਾਧੇ ਜਾਂਦੇ ਨੇ। ਤੋ ਜਦੋਂ ਭਾਰਤੀ ਲੋਕਾਂ ਦਾ ਕਿਹਾ ਜਾਂਦਾ ਹੈ ਤਾਂ ਉਸ ਵੇਲੇ ਆਪਾਂ ਚਾਵਲ ਕਹਿਣਾ ਹੈ, ਤੇ ਸਟੈਪਲ ਫੂਡ ਜਿਹੜਾ ਹੈ ਮੁੱਖ ਭੋਜਨ ਲੋਕਾਂ ਦਾ ਚਾਵਲ ਹੈ।
तो दूसरा जिहड़ा है वो कणक आती है। तो इस तरह आप जो सिंध घाटी की सभ्यता के लोगों की गल करते हैं तो कणक ते जौ ये उन्होंने मुख्य भोजन सी। इस तो इलावा जिहड़े भोजन तो इलावा होर जिहड़ियां चीज़ां वो खांदे सीगे, खजूर, फल, दुध, सब्जियां, ये जिहड़ियां चीज़ां लोकी बहुत खांदे सीगे। इस तो इलावा मच्छियां दे कुछ कांटे सानू इस सभ्यता दे विच मिले ने, जिथों सानू अंदाजा लगता है कि ये लोग जिहड़े ने मच्छियां ते मांस की वरतों भी करते सीगे। और क्योंकि ये जानवर वगैरह भी पालते सीगे ते इस करके ये दुध दही का जिहड़ा है ये नैचुरली है कि ये प्रयोग करते होंगे। तो इस तरह आपां नूं इन्हां दे खाण पीण का जिहड़ा है वो भी अंदाजा जिहड़ा लग जाता है। ते इस तो इलावा अगे आंदा है कि समाजिक जीवन दे विच इन्हां लोकां दा पहरावा किस तरह का सीगा। तो पहरावे दे विच सानू बच्चों जिहड़ी खुदाई आपां कीती है सिंध घाटी दी सभ्यता दी, उहदे विच कुछ तकले मिले ने। तकले की हुंदे ने, आ वेखो जिहड़ी एक तस्वीर तुसीं देख रहे हो, सज्जे पासे नीचे वाली तस्वीर एक कॉटन है, कॉटन की रूई जिहड़ी है लगी हुई है, और यह जिहड़ी एक छोटी जी जिहड़ी तकली है, और तकली दे नाल यह जिहड़ा है रूह तो धागा बनाया जा रहा है। तो ये जिहड़ियां ने तकलियां छोटियां छोटियां सानू जिहड़ियां खुदाई दे विच जिहड़ियां मिलियां ने, उत्थों ये अंदाजा लगाने आ कि ये लोग जिहड़े ने ये सूत दा भी कपड़ा जिहड़ा बनांदे होणगे, जो सूत कतदे होणगे, सूत भी कतदे सीगे और उन्हीं कपड़े दी भी इन्हां नूं ज्ञान सीगा, और सूती और उन्हीं कपड़िਆਂ ਦੀ ਜਿਹੜੀ बुनाई का काम भी ये जाणदे सन। तो इस तो इलावा पहरावे का जिहड़ा है औरतां और मर्दां दे विच कोई खास फर्क नहीं सी, दोनों इक्को तरह का पहरावा जिहड़े पहनदे सन। और इस तो इलावा जिहड़ी एक होर चीज़ देखण वाली वो है कि इस्त्री ते पुरुष दोनों गहने पहनदे सन। गहने जिहड़े ने ना, जिस तरह औरतां गहने पहनदियां ने, आ देखो जिहड़ी सानू नर्तकी की मूर्ति मिली है, आ वाली नर्तकी की मूर्ति है, और एक होर औरत की मूर्ति हैगी आपां देख रहे हैं। ते इन्हां दे देखो ये बाजूबंद ने, यह वाला बाजूबंद है, और इस तरह गले दे विच जिहड़ा गलूबंद है, जां इहनूं जिहड़ा गले का हार कह दिंदे आ। सिर दे पिछे जिहड़ा जूड़ा कीता होया, जूड़े दे नाल एक क्लिप लगा होएगा। इस तरह मत्थे दे उत्ते जिहड़ा है एक दोनी टिक्का शायद इनू बोलते हैं, जां औरतां जो भी बोलदियां हन। तो ये जिहड़ा टिक्का है सिर दे उत्ते लग्या, जिहड़ा कि गहने के रूप दे विच, ये सानू इस मूर्ति दे विच भी आ देखो नज़र आ रहा है इस थां ते। तो इत्थे भी सानू ये चीज़ जिहड़ी देखण नूं मिल रही है। इस तरह ही जदों आपां कन्नां दे वल देखदे ते कन्नां दे विच बूंदे पाए होए ने, और गल दे विच देखो कितना वड्डा हार पाया होया। तो ये सारियां चीज़ां जिहड़ियां सानू देखण नूं मिलदियां, ते इत्थों सानू पता लगदा है कि लोग जिहड़े ने बड़े फैशनेबल सन, और अपने आप नूं बड़ा सफाई और संवार के रखते सन। इस तरह ही है जिहड़ी विचकारली असीं मूर्ति देख रहे हैं, जिहड़ी कि सानू जिद्दां कि नक थोड़ा जिहा टुटा होया है, और इहदे विच भी तुसीं देखो कि आदमी ने दाढ़ी बनाई हुई है। तो इत्थों सानू ये साबित होंदा है कि इत्थे लोग जिहड़े ने ये छोटी छोटी दाढ़ी रखण दा इन्हां नूं शौक सीगा, यानी कि आदमी जिहड़े ने वो भी यानी कि फैशन करदे सी। और इहदे मत्थे दे उत्ते देखो एक यानी कि पट्टी टाइप लगा होया है, और इस पट्टी दे अगे कुछ गोल जिहा जिहड़ी है सानू चीज़ दिखाई दे रही है। तो ये भी एक नग टाइप सानू पट्टी नज़र आती है। इस तरह जो असीं देखते हैं ये मोढे वाल देखिए इस मूर्ति दे, तां की सानू नज़र आंदा है कि ये आदमी ने एक शाल लिया होया, और शाल दे उत्ते जिहड़ा है फुल वगैरह बने हुए ने। और ये शाल जिहड़ा है ये लिया किदां है, ये सज्जे पासे तो जिहड़ा है ये बाजू दे थल्ले नूं जा रहा है, और खब्बे पासे जिहड़ा मोढे ते उपर नूं आ रहा है ये शाल। तो इस तरह आपां देखदे हां कि ये लोग जिहड़े ने ये हार, मुंदरियां, हत्थां दे विच कड़े, बाजूबंद, और हत्थां दे विच अंगूठियां, ते कन्नां दे विच वालियां जिहड़ियां ने ये इस तरह के गहने जिहड़े ने लोग पांदे सन। और बड़े हैरान होवोगे कि सानू उत्थे सुरमेदानी भी मिली है। तो ਇਹਦਾ मतलब ये सुरमे का भी प्रयोग करते सन। और ये जिहड़ियां चीज़ां ने हाथी दंद दीयां बनियां होईयां हुंदियां सन, जिहड़े छोटियां छोटियां चीज़ां ने। तो ये गहने जिहड़े लोकां दे बने होए सन, ये गहने जिहड़े ने सोने दे, चांदी दे, और कीमती पत्थर हुंदा जिहड़ा नीलम हुंदा है, जां होर पत्थर हुंदे ने, तां इस तरह दी चीज़ां दे बने हुए सन। और इस तो इलावा हाथी दंद ते हड्डियां दे भी बने हुंदे सन। तो ये जिहड़ा चीज़ां सानू मिलियां ने, इत्थों सानू इन्हां लोकां दे जिहड़े ने रहन सहन दा जिहड़ा है, पहरावे दा जिहड़ा अंदाजा हो जांदा है। क्योंकि तुसीं जाणदे हो कि इन्हां लोकां दी जिहड़ी लिपि है बच्चों, वो हले तक जिहड़ी है पढ़ी नहीं गई। अगर ये लिपि जिहड़ी है पढ़ी जांदी तां हो सकदा है कि होर भी सानू जिहड़ा है बहुत कुछ
ਜਾਣਨ ਨੂੰ ਮਿਲ ਸਕਦਾ ਸੀ। ਤੋ ਇਸੇ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਕਿ ਇਹਨਾਂ ਲੋਕਾਂ ਦੀਆਂ ਜਿਹੜੀਆਂ ਨੇ ਹੋਰ ਵੀ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਸਾਨੂੰ ਚੀਜ਼ਾਂ ਮਿਲੀਆਂ ਨੇ। ਕਈ ਕਿਸਮ ਦੇ ਜਿਹੜੇ ਭਾਂਡੇ ਮਿਲੇ ਨੇ, ਫਰਨੀਚਰ ਮਿਲਿਆ, ਸੂਈਆਂ, ਕੰਘੀਆਂ, ਲੈਂਪ, ਮੋਮਬੱਤੀਆਂ, ਚਾਕੂ, ਕੁਹਾੜੀਆਂ, ਛੈਣੀਆਂ, ਮੱਛੀਆਂ ਫੜਨ ਵਾਲੇ ਕੁੰਡੇ ਵੀ ਜਿਹੜੇ ਨੇ ਮਿਲੇ ਨੇ। ਤੋ ਜਿਨ੍ਹਾਂ ਤੋਂ ਸਾਨੂੰ ਕਾਫੀ ਜਿਹੜੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਤੋ ਅਗਰ ਅਸੀਂ ਇਹਨਾਂ ਦੇ ਦੇਖੀਏ ਕਿ ਮਨੋਰੰਜਨ ਦੇ ਲੋਕਾਂ ਦੇ ਕੀ ਸਾਧਨ ਹੁੰਦੇ ਹੋਣਗੇ ਉਸ ਵੇਲੇ, ਤੋ ਮਨੋਰੰਜਨ ਦੇ ਜਿਹੜੇ ਸਾਧਨ ਨੇ ਉਹਨਾਂ ਦੇ ਵਿੱਚ ਅਸੀਂ ਦੇਖਨੇ ਕਿ ਇਹ ਜਿਹੜੇ ਹੈ ਇਹ ਅਲੱਗ-ਅਲੱਗ ਮਨੋਰੰਜਨ ਜਿਹੜਾ ਹੈ ਅਲੱਗ-ਅਲੱਗ ਤਰੀਕਿਆਂ ਨਾਲ ਕਰਦੇ ਸਨ। ਉਸ ਵੇਲੇ ਜਿਹੜਾ ਸ਼ਤਰੰਜ ਦੀਆਂ ਜਿਹੜੀਆਂ ਨੇ ਸਾਨੂੰ ਗੋਟੀਆਂ ਮਿਲੀਆਂ ਨੇ, ਤਾਂ ਇਹਦਾ ਮਤਲਬ ਹੈ ਕਿ ਲੋਕ ਸ਼ਤਰੰਜ ਵੀ ਖੇਡਣਾ ਜਿਹੜਾ ਜਾਣਦੇ ਸਨ, ਸ਼ੌਕੀਨ ਸਨ। ਇਸ ਤੋਂ ਇਲਾਵਾ ਜਿਹੜਾ ਸ਼ਿਕਾਰ ਖੇਡਣਾ ਜਾਣਦੇ ਸਨ, ਔਰ ਮੱਛੀਆਂ ਫੜਨਾ ਵੀ ਜਾਣਦੇ ਸਨ, ਔਰ ਪੰਛੀਆਂ ਨੂੰ ਪਾਲਦੇ ਸਨ, ਔਰ ਜਾਨਵਰਾਂ ਦੀਆਂ ਜਿਹੜੇ ਲੜਾਈਆਂ ਵੀ ਇਹ ਜਿਹੜੇ ਲੋਕ ਦੇਖਦੇ ਸਨ। ਤੋ ਜਿਸ ਤਰ੍ਹਾਂ ਕਿ ਇਹ ਸਾਨੂੰ ਨਰਤਕੀ ਦੀ ਮੂਰਤੀ ਮਿਲੀ ਹੈ, ਤਾਂ ਇੱਥੋਂ ਸਾਨੂੰ ਇਹ ਸਾਬਿਤ ਹੁੰਦਾ ਹੈ ਕਿ ਲੋਕ ਜਿਹੜੇ ਨੇ ਡਾਂਸ ਵਗੈਰਾ ਜਾਂ ਸੰਗੀਤ ਦੇ ਵਿੱਚ ਵੀ ਰੁਚੀ ਆਪਣੀ ਜਿਹੜੀ ਹੈ ਰੱਖਦੇ ਸਨ। ਤੋ ਇਸ ਤੋਂ ਇਲਾਵਾ ਸਾਨੂੰ ਬੱਚਿਆਂ ਦੇ ਕੁਝ ਖਿਡੌਣੇ ਵੀ ਉੱਥੇ ਮਿਲੇ ਨੇ। ਤੋ ਇਹਦਾ ਮਤਲਬ ਹੈ ਕਿ ਬੱਚਿਆਂ ਦੇ ਵਾਸਤੇ ਜਿਹੜੇ ਆ ਬੱਚੇ ਜਿਹੜੇ ਖਿਡੌਣਿਆਂ ਦੇ ਨਾਲ ਵੀ ਖੇਡਦੇ ਸਨ। ਤੋ ਇਹ ਸਾਨੂੰ ਜਿਹੜੀਆਂ ਇਹਨਾਂ ਚੀਜ਼ਾਂ ਤੋਂ ਸਾਨੂੰ ਜਿਹੜੀ ਹੈ ਕਾਫੀ ਜਾਣਕਾਰੀ ਜਿਹੜੀ ਹੈ ਮਿਲਦੀ, ਜਿਹੜੀ ਕਿ ਇਹਨਾਂ ਦੀਆਂ ਸਾਨੂੰ ਰਿਮੇਨਸ ਦੇ ਵਿੱਚ ਸਾਨੂੰ ਪਾਈਆਂ ਗਈਆਂ ਜਾਂ ਸਾਨੂੰ ਮਿਲੀਆਂ। ਤੋ ਇਸ ਤੋਂ ਅੱਗੇ ਚੱਲਦੇ ਹਾਂ। ਹੁਣ ਬੱਚਿਓ ਅਸੀਂ ਦੇਖਦੇ ਹਾਂ ਸਮਾਜਿਕ ਜੀਵਨ ਤੋਂ ਬਾਅਦ ਅਸੀਂ ਦੇਖਣਾ ਹੈ ਆਰਥਿਕ ਜੀਵਨ ਜਿਹੜਾ ਕਿਸ ਤਰ੍ਹਾਂ ਦਾ ਸੀ। ਤੋ ਆਰਥਿਕ ਜੀਵਨ ਦੇ ਵਿੱਚ ਅਸੀਂ ਮੁੱਖ ਤੌਰ ਤੇ ਦੇਖਦੇ ਹਾਂ ਕਿ ਉਹਨਾਂ ਲੋਕਾਂ ਦੇ ਜਿਹੜੇ ਨੇ ਕੰਮ ਧੰਦੇ ਕਿੱਦਾਂ ਦੇ ਸੀਗੇ, ਜਾਂ ਫਿਰ ਉਹਨਾਂ ਦੇ ਜਿਹੜਾ ਵਪਾਰ ਵਗੈਰਾ ਦਾ ਕਰਨ ਦਾ ਕੀ ਸਾਧਨ ਸੀ, ਜਾਂ ਕਿਹੜੇ ਕਿਹੜੇ ਦੇਸ਼ਾਂ ਦੇ ਨਾਲ ਉਹ ਕਰਦੇ ਸੀਗੇ। ਤੋ ਇਹਦੇ ਵਿੱਚ ਆਪਾਂ ਕੀ ਦੇਖਦੇ ਹਾਂ ਆਰਥਿਕ ਜੀਵਨ ਦੇ ਵਿੱਚ ਕਿ ਉਹਨਾਂ ਦਾ ਮੁੱਖ ਧੰਦਾ ਜਿਹੜਾ ਹੈ, ਇਹ ਬੱਚਿਓ ਯਾਦ ਰੱਖਣਾ, ਮੁੱਖ ਧੰਦਾ ਜਿਹੜਾ ਉਹਨਾਂ ਲੋਕਾਂ ਦਾ ਖੇਤੀਬਾੜੀ ਸੀ। ਤੋ ਖੇਤੀਬਾੜੀ ਜਿਹੜੀ ਕਰਦੇ ਸਨ, ਔਰ ਖੇਤੀਬਾੜੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹ ਜਿਹੜੀ ਸੱਭਿਅਤਾ ਹੈ ਨਦੀ ਦੇ ਦੁਆਲੇ ਸੀਗੀ। ਸਿੰਧ ਨਦੀ ਹੈ, ਉਹਦੇ ਦੁਆਲੇ ਜਿੰਨੀਆਂ ਵੀ ਹੋਰ ਨਦੀਆਂ ਵਹਿੰਦੀਆਂ ਨੇ, ਉਹਦੀਆਂ ਜਿਹੜੇ ਸਹਾਇਕ ਨਦੀਆਂ ਨੇ ਉਹਨਾਂ ਦੇ ਦੁਆਲੇ ਵੀ ਇਹ ਰਿਮੇਨਸ ਜਿਹੜੇ ਨੇ ਇਹਨਾਂ ਦੇ ਸ਼ਹਿਰਾਂ ਦੇ ਪਾਏ ਗਏ ਨੇ। ਤੋ ਇਹਨਾਂ ਨਦੀਆਂ ਦੇ ਦੁਆਲੇ ਦਾ ਜਿਹੜਾ ਖੇਤਰ ਹੈ ਉਹ ਬੜਾ ਹੀ ਉਪਜਾਊ ਸੀ। ਤੋ ਉੱਥੋਂ ਜਿਹੜਾ ਇਹਨਾਂ ਨੂੰ ਪਾਣੀ ਬੜੇ ਆਰਾਮ ਦੇ ਨਾਲ ਮਿਲ ਜਾਂਦਾ ਸੀ, ਔਰ ਉੱਥੋਂ ਦਾ ਜਿਹੜਾ ਪਾਣੀ ਹੈ ਉਸ ਤੋਂ ਇਲਾਵਾ ਜਿਹੜਾ ਵਰਖਾ ਦਾ ਪਾਣੀ ਹੁੰਦਾ ਸੀ ਉਹਦੇ ਇਹ ਬੰਨ ਬਣਾ ਕੇ ਜਿਹੜੇ ਨੇ ਇਹ ਸਿੰਜਾਈ ਲਈ ਉਹਦੀ ਵਰਤੋਂ ਕਰਦੇ ਸੀ। ਹੁਣ ਇਹ ਜਿਹੜਾ ਆਪਾਂ ਸਾਹਮਣੇ ਦੇਖ ਰਹੇ ਹਾਂ ਇੱਕ ਤਲਾਬ ਬਣਿਆ ਹੋਇਆ ਹੈ, ਤਾਂ ਇਸ ਤਰ੍ਹਾਂ ਇਹ ਬੰਨ ਬਣਾ ਕੇ ਜਾਂ ਤਲਾਬ ਬਣਾ ਕੇ ਜਿਹੜੇ ਨੇ ਸਿੰਜਾਈ ਦੇ ਲਈ ਇਸ ਪਾਣੀ ਦੀ ਜਿਹੜੀ ਵਰਤੋਂ ਕਰਦੇ ਸੀ। ਤੋ ਖੇਤੀਬਾੜੀ ਦੀ ਵਰਤੋਂ ਦੇ ਵਾਸਤੇ ਜਿਹੜਾ ਹਲ ਵਗੈਰਾ ਹੁੰਦਾ ਜਾਂ ਹੋਰ ਔਜ਼ਾਰ ਹੁੰਦੇ ਨੇ, ਉਹ ਇਹਨਾਂ ਦੇ ਮੋਸਟਲੀ ਲੱਕੜੀ ਦੇ ਬਣੇ ਹੁੰਦੇ ਸਨ। ਹੁਣ ਬੇਸ਼ੱਕ ਸਾਨੂੰ ਇਹਨਾਂ ਦੇ ਕੋਈ ਲੱਕੜੀ ਦੇ ਜਿਹੜੇ ਔਜ਼ਾਰ ਐਟ ਪ੍ਰੈਜ਼ੈਂਟ ਨਹੀਂ ਮਿਲੇ, ਕਿਉਂਕਿ 5000 ਸਾਲ ਹੋ ਚੁੱਕੇ ਨੇ, ਔਰ ਲੱਕੜੀ ਤੁਹਾਨੂੰ ਪਤਾ ਹੈ ਕਿ ਛੇਤੀ ਖਰਾਬ ਹੋ ਜਾਂਦੀ ਹੈ। ਲੇਕਿਨ ਕੁਛ ਇਹਨਾਂ ਦੀਆਂ ਜਿਹੜੇ ਹਾਥੀ ਦੰਦ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਮਿਲੀਆਂ ਨੇ, ਜਿਨ੍ਹਾਂ ਤੋਂ ਸਾਨੂੰ ਇਹ ਅੰਦਾਜ਼ਾ ਲੱਗਦਾ ਹੈ ਕਿ ਇਹਨਾਂ ਦੇ ਜਿਹੜੇ ਨੇ ਔਜ਼ਾਰ ਨੇ ਖੇਤੀਬਾੜੀ ਦੇ ਰਿਲੇਟਡ, ਉਹ ਲੱਕੜੀ ਦੇ ਬਣੇ ਹੁੰਦੇ ਸਨ। ਔਰ ਮੁੱਖ ਫਸਲਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਜੌਂ ਤੇ ਕਣਕ ਜਿਹੜੀ ਹੈ ਇਹਨਾਂ ਦੀ ਮੁੱਖ ਫਸਲਾਂ ਹੈਗੀਆਂ ਸਨ। ਤੋ ਇਸ ਤੋਂ ਇਲਾਵਾ ਜਿਹੜੀਆਂ ਹੋਰ ਤੀਸਰੀ ਫਸਲ ਜਿਹੜੀ ਉਹ ਚਾਵਲ ਸੀਗੇ, ਔਰ ਇਹਨਾਂ ਤੋਂ ਇਲਾਵਾ ਇਹ ਤਿੰਨ ਫਸਲਾਂ ਯਾਨੀ ਕਿ ਜੌਂ, ਚਾਵਲ ਤੇ ਕਣਕ, ਜੌਂ ਤੇ ਕਣਕ ਜਿਹੜੀ ਹੈ ਤਾਂ ਮੁੱਖ ਫਸਲਾਂ ਸੀ, ਔਰ ਤੀਸਰੀ ਜਿਹੜੀ ਚਾਵਲ ਸੀਗੇ। ਇਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਤੁਸੀਂ ਯਾਦ ਰੱਖਿਓ ਕਿ ਨਾਰੀਅਲ, ਖਜੂਰਾਂ ਤੇ ਸਬਜ਼ੀਆਂ ਵਗੈਰਾ ਵੀ ਇਹ ਬੀਜਦੇ ਸਨ। ਔਰ ਇੱਕ ਤੀਸਰੀ ਜਿਹੜੀ ਬਹੁਤ ਮਹੱਤਵਪੂਰਨ ਚੀਜ਼ ਹੈ ਉਹ ਹੈ ਕਪਾਹ। ਕਪਾਹ ਇਹ ਜਿਸ ਤੋਂ ਕਿ ਇਹ ਆਪਣੇ ਕੱਪੜਾ ਬਣਦਾ ਹੈ। ਤੋ ਜਿਸ ਤਰ੍ਹਾਂ ਮੈਂ ਹੁਣੇ ਆਪਾਂ ਪਿੱਛੇ ਗੱਲ ਕੀਤੀ ਕਿ ਤਕਲੀਆਂ ਮਿਲੀਆਂ ਨੇ, ਔਰ ਤਕਲੀਆਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੇ ਕਪਾਹ ਪੈਦਾ ਕਰਦੇ ਸੀ, ਔਰ ਕਪਾਹ ਤੋਂ ਜਿਹੜਾ ਰੂਹ ਹੁੰਦਾ ਸੀ ਉਸ ਰੂਹ ਤੋਂ ਜਿਹੜੀ ਹੈ ਸੂਤ ਤਿਆਰ ਕਰਦੇ ਸੀ, ਔਰ ਸੂਤ ਤੋਂ ਜਿਹੜਾ ਹੈ ਕਪੜਾ ਤਿਆਰ ਕੀਤਾ ਜਾਂਦਾ ਸੀ। ਔਰ ਇਹ ਜਿਹੜੀ ਸੱਭਿਅਤਾ ਹੈ ਇਹ ਬਹੁਤ ਹੀ ਦੂਸਰੀਆਂ ਸੱਭਿਅਤਾਵਾਂ ਦੇ ਵਿੱਚ ਸਾਨੂੰ ਇਹ ਜਿਹੜੇ ਰਿਮੇਨਸ ਇਦਾਂ ਦੇ ਜਿਹੜੇ ਨਿਸ਼ਾਨੀਆਂ ਨਹੀਂ ਮਿਲੀਆਂ, ਲੇਕਿਨ ਇਹ ਸੱਭਿਅਤਾ ਜਿਹੜੀ ਹੈ ਜਿਹੜੀ ਮੇਨ ਕਰਕੇ ਪਹਿਚਾਣੀ ਜਾਂਦੀ ਹੈ, ਇਹ ਦੁਨੀਆ ਦੇ ਵਿੱਚ ਪ੍ਰਸਿੱਧੀ ਜਿਹੜੀ ਇਹਦੀ ਹੈ ਕਪਾਹ ਕਰਕੇ ਵੀ ਹੈਗੀ ਸੀ। ਤੋ ਕਪਾਹ ਜਿਹੜੀ ਹੈ ਇੱਥੇ ਸਾਨੂੰ ਪਾਈ ਗਈ ਹੈ। ਤੇ ਇਸ ਤੋਂ ਇਲਾਵਾ ਆਰਥਿਕ ਜੀਵਨ ਦੇ ਵਿੱਚ ਅਸੀਂ ਹੋਰ ਦੇਖਦੇ ਹਾਂ ਕਿ ਇਹ ਜਿਹੜੇ ਲੋਕ ਨੇ ਇਹਨਾਂ ਦੇ ਕੰਮ ਧੰਦਿਆਂ ਦੇ ਵਿੱਚ ਇੱਕ ਹੋਰ ਮੁੱਖ ਧੰਦਾ ਸੀਗਾ, ਉਹ ਸੀਗਾ ਪਸ਼ੂ ਪਾਲਣ। ਪਸ਼ੂ ਪਾਲਣ ਦੇ ਵਿੱਚ ਕਈ ਤਰ੍ਹਾਂ ਦੇ ਪਸ਼ੂ ਪਾਲਦੇ ਸਨ, ਜਿਵੇਂ ਕਿ ਹਾਥੀ ਹੈ ਜਿਹੜਾ ਕਿ ਇਹਨਾਂ ਦੇ ਸਮਾਨ ਵਗੈਰਾ ਢੋਣ ਦੇ ਵਾਸਤੇ ਵੀ ਕੰਮ ਆਉਂਦਾ ਸੀ। ਊਂਠ ਵਗੈਰਾ ਇਹ ਪਾਲਦੇ ਸਨ, ਸੂਅਰ ਪਾਲਦੇ ਸਨ, ਭੇਡਾਂ, ਬੱਕਰੀਆਂ, ਔਰ ਕੁੱਤੇ ਜਿਹੜੇ ਨੇ ਸ਼ਿਕਾਰ ਔਰ ਰਖਵਾਲੀ ਵਾਸਤੇ ਵੀ ਇਹਨਾਂ ਨੇ ਰੱਖੇ ਹੁੰਦੇ ਸਨ। ਤੋ ਇਹ ਕੁਝ ਜਾਨਵਰ ਜਿਹੜੇ ਨੇ ਇਹ ਪਾਲਦੇ ਸਨ। ਚਾਰੇ ਦੀ ਆਪਾਂ ਦੇਖਦੇ ਹਾਂ ਕਿ ਸਾਰੇ ਪਾਸੇ ਕੋਈ ਕਮੀ ਨਹੀਂ ਸੀ ਉਸ ਵੇਲੇ, ਹਰ ਵੇਲੇ ਸਾਰੇ ਪਾਸੇ ਜਿਹੜੀ ਹਰਿਆਲੀ ਸੀਗੀ ਇੱਥੇ।
तो जंगलों की प्रचुर मात्रा सीगी और नदियां दे करके जिहड़ा खेतर काफ़ी उपजाऊ सीगा और डंगरां दे वास्ते चारा जो है ਉਹਦੀ कोई कमी नहीं सी इन्हां नूं हुंदी। तो ਜਿਹੜੇ दुधारू पशु ਹੁੰਦੇ ਸੀਗੇ ਉਹਨਾਂ ਤੋਂ ਇਹਨਾਂ ਨੂੰ ਦੁੱਧ ਮਿਲ ਜਾਂਦਾ ਸੀ, ਦਹੀਂ ਮਿਲ ਜਾਂਦਾ ਸੀ, ਘਿਓ ਮਿਲ ਜਾਂਦਾ ਸੀ। ਬਟ ਬਾਕੀ ਜਿਹੜੇ ਦੂਸਰੇ ਜਾਨਵਰ ਨੇ ਉਹਨਾਂ ਨੂੰ ਇਹ ਪਾਲਦੇ ਸੀ ਸਿਰ ਇਸ ਕਰਕੇ ਜਾਂ ਤਾਂ ਉਹ ਰਾਖੀ ਵਾਸਤੇ ਪਾਲਦੇ ਸੀਗੇ ਤੇ ਜਾਂ ਫਿਰ ਉਹਨਾਂ ਤੋਂ ਜਿਹੜਾ ਚਮੜਾ ਪ੍ਰਾਪਤ ਹੁੰਦਾ ਸੀ ਤੇ ਹੱਡੀਆਂ ਪ੍ਰਾਪਤ ਹੁੰਦੀਆਂ ਸੀ ਔਰ ਇਹਨਾਂ ਹੱਡੀਆਂ ਤੋਂ ਜਿਸ ਤਰ੍ਹਾਂ ਕਿ ਹਾਥੀ ਤੋਂ ਜਿਹੜਾ ਹੈ ਹਾਥੀ ਦੰਦ ਇਹਨਾਂ ਨੂੰ ਮਿਲ ਜਾਂਦਾ ਸੀ और हाथी दंद तो ये काफ़ी जिहड़े ने इत्थों तक कि चूड़ियां और छोटे छोटे कांटे जां छुरियां जिहड़ियां ने वो भी इन्हां दियां हाथी दंद दियां बणियां होईयां मिलदियां ने। वो इत्थों तक कि जिहड़ी कंघी भी एक बनी हुई है वो भी हाथी दंद दी जिहड़ी है बनी हुई है और इस तरह ये हड्डियां का भी प्रयोग इन्हां चीज़ां नूं बनाउण दे वास्ते करदे सीगे। तो इस तो इलावा आपां देखदे हां कि इन्हां लोकां दा जिहड़ा वपार है वो जिहड़ा है वो मिस्र, सुमेर ਤੇ ਮੈਸੋਪੋਟਾਮੀਆ ਦੀ ਜਿਹੜੀਆਂ ਸੱਭਿਅਤਾਵਾਂ ਨੇ ਉਹਨਾਂ ਦੇ ਨਾਲ ਸੀਗਾ। ਹੁਣ ਇਹ ਦੇਖੋ ਜਿਹੜਾ ਨਕਸ਼ਾ ਤੁਹਾਨੂੰ ਬੱਚੇ ਦਿਖਾਈ ਦੇ ਰਿਹਾ ਇਹ ਸਾਡੇ ਭਾਰਤ ਦਾ ਨਕਸ਼ਾ ਹੈ ਔਰ ਭਾਰਤ ਦੇ ਇਸ ਹਿੱਸੇ ਦੇ ਵਿੱਚ ਇਸ ਖਿੱਤੇ ਦੇ ਵਿੱਚ ਜਿੱਥੇ ਕਿ ਹੁਣ ਪਾਕਿਸਤਾਨ ਹੈ ਔਰ ਨਾਲ ਲੱਗਦਾ ਸਾਡਾ ਪੰਜਾਬ, ਹਰਿਆਣਾ ਔਰ ਥੱਲੇ ਜਿਹੜਾ ਹੈ ਇਹ ਗੁਜਰਾਤ ਦਾ ਖੇਤਰ ਹੈ ਔਰ ਇਹ ਜਿੱਥੇ ਜਿੱਥੇ ਨੀਲਾ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਸਾਰਾ ਹੈ ਸਿੰਧ ਘਾਟੀ ਦੀ ਸੱਭਿਅਤਾ ਦਾ ਖੇਤਰ, ਸਿੰਧ ਘਾਟੀ ਦੀ ਸੱਭਿਅਤਾ ਦਾ ਖੇਤਰ। ਔਰ ਇਹ ਜਿਹੜੇ ਲੋਕ ਨੇ ਇਹ ਆਪਣਾ ਜਿਹੜਾ ਸਮਾਨ ਹੈ ਵਪਾਰ ਜਿਹੜਾ ਕਰਦੇ ਸਨ ਇਸ ਜਿਹੜੀ ਸਾਨੂੰ ਇਹ ਦੁਨੀਆ ਦੇ ਨਕਸ਼ੇ ਦੇ ਵਿੱਚ ਸਾਨੂੰ ਹੋਰ ਵੀ ਸੱਭਿਅਤਾਵਾਂ ਨਜ਼ਰ ਆ ਰਹੀਆਂ ਨੇ ਜਿਸ ਤਰ੍ਹਾਂ ਕਿ ਇਹ ਚਾਈਨਾ ਦੀ ਸੱਭਿਅਤਾ ਹੈ, ਇਹ ਮੈਸੋਪੋਟਾਮੀਆ ਦੀ ਸੱਭਿਅਤਾ ਹੈ, ਇਹਦੇ ਵਿੱਚ ਹੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਸੁਮੇਰੀਅਨ ਸੱਭਿਅਤਾ ਜਾਂ ਸੁਮੇਰ ਦੀ ਸੱਭਿਅਤਾ। ਔਰ ਇੱਕ ਆ ਹੈ ਜਿੱਥੇ ਇਜਿਪਟ ਲਿਖਿਆ ਹੈ ਇਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਮਿਸਰ ਦੀ ਸੱਭਿਅਤਾ। ਸੁਮੇਰ ਔਰ ਮੈਸੋਪੋਟਾਮੀਆ ਜਿਹੜਾ ਹੈ ਇਹ ਦੋਨੋਂ ਇੱਥੇ ਹੈਗੇ ਨੇ। तो ਇਹਨਾਂ ਸੱਭਿਅਤਾਵਾਂ ਦੇ ਨਾਲ ਇਹ ਲੋਕ ਵਪਾਰ ਕਰਦੇ ਸੀ। ਉਹ ਵਪਾਰ ਜਿਹੜਾ ਹੈ ਇਹ ਯਾਨੀ ਕਿ ਪਾਣੀ ਰਾਹੀਂ ਵੀ ਇਸ ਤਰ੍ਹਾਂ ਹੁੰਦਾ ਸੀਗਾ। ਇਹ ਦੇਖੋ ਇਹ ਸਾਗਰ ਅਰਬ ਸਾਗਰ ਤੋਂ ਸਿੱਧਾ ਇਸ ਤਰ੍ਹਾਂ ਚੱਲ ਜਾਂਦੇ ਸੀਗੇ ਔਰ ਜਦੋਂ ਇਜਿਪਟ ਨੂੰ ਜਾਣਾ ਹੁੰਦਾ ਸੀ ਇਹਨਾਂ ਦੀਆਂ ਬੇੜੀਆਂ ਜਿਹੜੀਆਂ ਨੇ ਇਸ ਤਰ੍ਹਾਂ ਇਹ ਰੈਡ ਸੀ ਵੱਲੋਂ ਹੁੰਦੀਆਂ ਹੋਈਆਂ ਇੱਥੇ ਪਹੁੰਚ ਜਾਂਦੀਆਂ ਸਨ। तो दूसरी जगह ये सीधा यानी कि रस्ता जिहड़े बने हुए सन इथों ये थल राही भी इत्थे वपार हुंदा सी। थल राही यानी कि रस्तियां राही इत्थे पहला मैसोपोटामिया तो समान लै जांदे सी और मैसोपोटामिया तो अगे इजिप्ट दे वल समान लै जांदे सी। तो विदेशों तो यानी कि इन्हां देशों तो ये मंगांदे की सीगे और वेचदे की सी ये आपां देखदे हां। विदेशों तो ये देखो मंगांदे सीगे सोना मंगांदे सी, चांदी, हार शिंगार दी वस्तां जिहड़ियां ने वो ये मंगा लैंदे सीगे और भेजदे की सी भेजनी जिहड़ी चीज़ हुंदी दूसरे दे उहनूं निर्यात बोलदे पंजाबी दे विच और अंग्रेजी दे विच इहनूं कहंदे एक्सपोर्ट करना दूसरे देश नूं एक्सपोर्ट। तो एक्सपोर्ट की करदे सी क्योंकि इत्थे आपां देखदे कि कपाह बीजदे सीगे लोग और कपाह तो सूती कपड़ा तैयार करते सी। तो सूती कपड़ा इन्हां कोल बहुत हुंदा सी वो भी ये बाहरले देशां नूं भेजदे सीगे। तो गहने भेजदे ने और मोती जिहड़े ने ये बड़े कुशल कारीगर हैगे सीगे और हाथी दंद दियां जिहड़ियां चीज़ां बनियां होईयां ने। इस तो इलावा जिहड़े ने होर एक जानवर भी ये भेजदे ने। जानवरां दे विच एक लंगूर और बांदर जिहड़े ने और इस तो इलावा मोर जिहड़े ने ये भी सानू इस कुछ मिलते हैं सबूत कि ये भी जिहड़े है निर्यात इन्हां दा भी करते रहे हैं। तो ये कुछ चीज़ां सी जिहड़ियां की भेजते रहे हैं और जिस तरह मैं तुहानूं दस्सिया कि वपार जिहड़ा करदे सी इन्हां देशां दे नाल वो जल राही ते थल राही दोनों राही हुंदा सीगा। यानी कि पानी रस्ते भी इधरों जाते रहे हैं और थल रस्ते यानी कि जिहड़ा है थल मार्ग राही भी ये वपार जिहड़ा है दूसरियां सभ्यतावां दे नाल उदों चलदा सीगा। और जिहड़ा है इन्हां दी जिहड़े होर काम धंधे की सीगे इन्हां दे विचों जिस तरह आपां जाणदे कि भांडे बनाउंदे सीगे और बर्तन जिहड़े बनदे सीगे मिट्टी दे बेशक बनदे सीगे और लेकिन मिट्टी जिहड़ी कच्ची नहीं सी हुंदी उसनूं जिहड़ा अग दे विच पकाया जांदा सी, अग विच पकाया जांदा सीगा। तो पक्के हुए जिहड़े ने मिट्टी दे भांडे जिस तरह कि अजकल घड़े हुंदे ने इस तरह एक अग दे पकाए हुए भांडे भी बनाउंदे सीगे। गहणिਆਂ ਦਾ काम करदे सी, खिलौने जिहड़े ने ਉਹ बनाउंदे सीगे और छोट मूर्तियां तो सानूं बेइंतहा जिहड़ियां उत्थों मिलियां हैगियां ने और ये कुछ काम धंधे सी जिहड़े लोग करते सी। और इत्थों सानूं इन्नियां क ज़्यादा चीज़ां बच्चों मिलियां ने कि इन्हां दी जिहड़ी कला दा जिहड़ी सानूं दाद देनी पैंदी है कला और संस्कृति जिहड़ी हैगी